ਵਿਸਮਾਦ ਟੀਵੀ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਮੇਰੇ ਨਾਲ ਨੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਹਰਸਿਮਰਤ ਸਿੰਘ ਜੀ। ਤੁਹਾਡਾ ਬਹੁਤ ਬਹੁਤ ਹਾਰਦਿਕ ਸਵਾਗਤ ਜੀ ਸਟੂਡੀਓ 'ਚ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਵੇਂ ਆਪਾਂ ਜਾਣਦੇ ਹਾਂ ਕਿ ਇਸ ਵੇਲੇ ਸਭ ਤੋਂ ਚਰਚਿਤ ਜਿਹੜਾ ਵਿਸ਼ਾ ਹੈ, ਇੱਕ ਪਾਸੇ ਤਾਂ ਕਿਸਾਨੀ ਸੰਘਰਸ਼ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ 100 ਵਰ੍ਹੇ ਮਨਾਉਣ ਜਾ ਰਿਹਾ। ਇਹ 100 ਵਰ੍ਹੇ ਦੇ ਕੁਝ ਪ੍ਰੋਗਰਾਮ ਉਹਨਾਂ ਨੇ ਉਲੀਕੇ ਸੀਗੇ, ਉਹ ਵੀ ਅੱਗੇ ਪਾਤੇ ਗਏ। ਹਾਂਜੀ, ਤਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜੀ ਕਿ ਇਹ ਜਿਹੜੀ ਰਣਨੀਤੀ ਕੀ ਹੈ ਲੱਗੀ ਹੈ ਅਕਾਲੀ ਦਲ ਨੂੰ, ਇਹ ਕਿਉਂ ਅੱਗੇ ਪਾਏ ਗਏ ਆ, ਕਿਵੇਂ ਦੇਖਦੇ? ਦੇਖੋ ਜੀ, ਜਿਵੇਂ ਕਿ ਇਤਿਹਾਸ ਦੱਸਦਾ ਹੈ, ਅਸੀਂ ਉਸ ਨੂੰ ਰਿਪੀਟ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਜੀ। ਇੱਕ ਪਿਛਲੇ ਮਹੀਨੇ ਹਾਂਜੀ, ਅਸੀਂ 15 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾ ਮਨਾਇਆ ਜੀ ਜੀ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਲਬ ਸਹਿਯੋਗ ਜਾਂ ਪਹਿਲ ਕਦਮੀ ਜਾਂ ਅਕਾਲ ਤਖ਼ਤ ਸਾਹਿਬ ਦੀ ਪਹਿਲ ਕਦਮੀ 'ਤੇ ਜੀ ਪਿੰਡ ਸਿੱਖ ਪੰਥ ਦੇ ਰਾਜਸੀ ਹਿੱਤਾਂ ਨੂੰ ਅੱਗੇ ਲਿਜਾਣ ਵਾਸਤੇ ਅਤੇ ਇਹਦੀ ਰੱਖਿਆ ਕਰਨ ਵਾਸਤੇ ਜੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਮੈਂ ਸਮਝਦਾ ਕਿ ਇਹ ਸੰਧੂ ਸਾਹਿਬ ਸਿਰਫ ਅਕਾਲੀ ਦਲ ਦੀ ਸਥਾਪਨਾ ਹੀ ਨਹੀਂ ਸੀ, ਸਿੱਖ ਪੰਥ ਦੀ ਆਪਣੀ ਰਾਜਨੀਤੀ ਦੀ ਵੀ ਦਾ ਵੀ ਸ਼ੁਰੂਆਤ ਸੀ। ਅੱਛਾ। ਕਿਉਂਕਿ ਉਸ ਤੋਂ ਪਹਿਲਾਂ ਭਾਵੇਂ ਖਾਲਸਾ ਲੀਗ ਖੜਕ ਸਿੰਘ ਹੋਰਾਂ ਨੇ ਬਣਾਈ ਸੀ। ਅੱਛਾ। ਉਹ ਕੁਝ ਰਾਜਨੀਤਿਕ ਮੁੱਦੇ ਉਠਾਉਂਦੇ ਸਨ ਜੀ, ਅਤੇ ਕੁਝ ਕਾਂਗਰਸ ਨਾਲ ਵੀ ਜੁੜੇ ਹੋਏ ਸੀਗੇ। ਲੇਕਿਨ ਅਕਾਲੀ ਦਲ ਦੀ ਸਥਾਪਨਾ ਨਾਲ ਸਿੱਖ ਪੰਥ ਦੀ ਆਪਣੀ ਰਾਜਨੀਤੀ ਦਾ ਆਗਾਜ਼ ਹੋਇਆ। ਅੱਛਾ ਜੀ। ਠੀਕ ਹੈ ਨਾ? ਠੀਕ। ਔਰ 100 ਸਾਲ ਦਾ ਸਮਾਂ ਹੈ, ਬੜੀਆਂ ਉਤਰਾਅ ਚੜ੍ਹਾਅ ਆਏ ਜੀ। ਪਰ ਜਿਹੜੀ ਮੈਂ ਪਹਿਲਾਂ ਮਹਿਸੂਸ ਗੱਲ ਕੀਤੀ ਹੈ ਕਿ ਅਕਾਲੀ ਦਲ ਨੂੰ ਆਪਣੇ ਜਿਹੜੇ ਆਦਰਸ਼ ਸੀ, ਆਦੇਸ਼, ਉਸ ਨੂੰ ਮਿੱਥਣ ਲੱਗਿਆ ਕੁਝ ਗਲਤੀ ਹੋ ਗਈ। ਅੱਛਾ। ਗਲਤੀ ਹੋ ਗਈ। ਜੀ। ਕੀ ਹੋਈ ਕਿ ਦੇਖੋ, ਰਾਜਨੀਤਿਕ ਪਾਰਟੀ ਜਿਹੜੀ ਹੈ ਨਾ ਜੀ, ਆਪਣੇ ਉਦੇਸ਼ ਮਿਥਦੀਆਂ ਨੇ ਕਿ ਅਸੀਂ ਕਿੱਥੇ ਜਾਣਾ ਹੈ, ਕੀ ਪ੍ਰਾਪਤ ਕਰਨਾ, ਲੋਕਾਂ ਨੂੰ ਕਿਸ ਲਈ ਤਿਆਰ ਕਰਨਾ ਹੈ। ਠੀਕ। ਉਸ ਸਮੇਂ ਭਾਵੇਂ 1885 'ਚ ਕਾਂਗਰਸ ਦੀ ਸਥਾਪਨਾ ਹੋ ਗਈ ਸੀ ਅਤੇ ਮੁਸਲਿਮ ਲੀਗ ਵੀ ਜਾਂ ਮੁਸਲਮੀ ਜਥੇਬੰਦ ਹੋ ਰਹੇ ਸੀ ਜੀ। ਲੇਕਿਨ ਅਕਾਲੀ ਦਲ ਦੀ ਰਾਜਨੀਤੀ ਨੇ ਅਕਾਲੀ ਰਾਜਨੀਤੀ ਨੇ ਜਦੋਂ ਪੈਰ ਪੱਟੇ ਤਾਂ ਇਹਨਾਂ ਦਾ ਜਿਹੜਾ ਮੂਲ ਧੁਰਾ ਜਾਂ ਮੂਲ ਫੋਕਸ ਉਹ ਹਿੰਦੁਸਤਾਨ ਵਿੱਚੋਂ ਬ੍ਰਿਟਿਸ਼ ਨੂੰ ਬਾਹਰ ਕੱਢਣਾ ਸੀ। ਜੀ ਜੀ। ਦੈਟ ਵੀ ਦੇਸ਼ ਦੀ ਆਜ਼ਾਦੀ ਲਈ। ਲੇਕਿਨ ਇਹ ਸਾਰੇ ਸਿਸਟਮ ਦੇ ਵਿੱਚ ਇਸ ਸਾਰੇ ਕਹਿ ਸਕਦੇ ਆ ਕਿ ਰੌਲੇ ਗੋਲੇ 'ਚ ਜਾਂ ਸੋਚਿਆ ਨਹੀਂ ਕਿਸੇ ਨੇ ਜੀ, ਜਾਂ ਇਸ ਬਾਰੇ ਵਿਦਵਾਨਾਂ ਨੇ ਨਹੀਂ ਸੋਚਿਆ ਕਿ ਸਾਡਾ ਪੰਥ ਦਾ ਕੀ ਨਿਸ਼ਾਨ ਹੋਣਾ ਚਾਹੀਦਾ। ਜੀ ਜੀ। ਚੂੰਕਿ ਹਿੰਦੁਸਤਾਨ ਜਿੱਤਦਾ ਆਇਆ ਜਦੋਂ ਅੰਗਰੇਜ਼, ਤਾਂ ਉਸਨੇ ਜਿਹੜੀ ਪੰਜਾਬ ਨੂੰ ਸਭ ਤੋਂ ਅਖੀਰ ਜਿੱਤਿਆ। ਜੀ। ਅੱਛਾ। 1846 49 ਦੇ ਵਿੱਚ 2 ਜੰਗਾਂ ਹੋਈਆਂ ਜੀ। ਤਾਂ ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਦੇ ਉਸ ਸਮੇਂ ਦੇ ਆਗੂਆਂ ਨੂੰ, ਸਰਮੁਖ ਝਬਾਲ ਜਾਂ ਜਿਹੜੇ ਸੀਗੇ ਮਾਸਟਰ ਤਾਰਾ ਸਿੰਘ ਜਾਂ ਖੜਕ ਸਿੰਘ ਜਾਂ ਹੋਰ ਜੋ ਵੀ ਸੁਨੀਲ ਸੀਗੇ, ਮਾਸਟਰ ਤਾਰਾ ਸਿੰਘ ਬਾਅਦ 'ਚ ਆਏ ਜੀ, ਉਹਨਾਂ ਨੂੰ ਪੰਜਾਬ ਦੀ ਆਜ਼ਾਦੀ ਦਾ ਨਿਸ਼ਾਨਾ ਮਿਸਣਾ ਚਾਹੀਦਾ ਸੀ। ਅੱਛਾ। ਕਿਉਂਕਿ ਪੰਥ ਨੇ ਤਾਂ ਦਿਸ਼ਾ ਮੰਗਣੀ ਸੀ ਨਾ। ਬਿਲਕੁਲ। ਜਿਵੇਂ ਅੱਜ ਪੰਥ 2020 'ਚ ਦਿਸ਼ਾ ਮੰਗ ਰਿਹਾ ਅਕਾਲੀ ਰਾਜਨੀਤੀ ਤੋਂ, ਸਾਡੀ ਅਗਲੀ ਦਿਸ਼ਾ ਕੀ ਹੈ ਜੀ, ਉਸ ਬਾਰੇ ਅਸੀਂ ਅੱਗੇ ਆਵਾਂਗੇ। ਜੀ ਜੀ। ਪਰ ਪਹਿਲਾਂ 1920 ਦੀ ਦਿਸ਼ਾ ਵੇਖ ਲਈਏ। ਹਾਂਜੀ। 1920 ਦੇ ਵਿੱਚ ਦਿਸ਼ਾਹੀਣਤਾ ਦੇ ਆਲਮ ਵਿੱਚ ਅਕਾਲੀ ਰਾਜਨੀਤੀ ਉਲਝ ਕੇ ਰਹਿ ਗਈ। ਅੱਛਾ। ਭਾਵੇਂ ਇਸ ਬਾਰੇ 1929 ਦੇ ਵਿੱਚ ਜਦੋਂ ਲਾਹੌਰ ਸੈਸ਼ਨ ਹੁੰਦਾ ਹੈ, ਜਦੋਂ ਨਹਿਰੂ ਵਗੈਰਾ ਸਾਰੇ ਆਉਂਦੇ ਨੇ ਅਤੇ ਸਿੱਖਾਂ ਨੇ ਅਸਰਟ ਕੀਤਾ ਆਪਣੀ ਤਾਕਤ ਨੂੰ ਜੀ, ਅਤੇ ਬਹੁਤ ਵੱਡਾ ਇੱਕ ਜਲੂਸ ਜਿਹੜਾ ਸੀਗਾ ਪ੍ਰਦਰਸ਼ਨ ਕੀਤਾ ਆਪਣੀ ਤਾਕਤ ਦਾ, ਜਿਹਦੇ 'ਚ ਕਿ ਹਿੰਦੂ ਹਾਕਮਾਂ ਨੂੰ, ਜਵਾਹਰ ਲਾਲ ਨਹਿਰੂ ਨੂੰ, ਕਾਂਗਰਸ ਨੂੰ ਔਰ ਅੰਗਰੇਜ਼ਾਂ ਨੂੰ ਜੀ ਸਿੱਖਾਂ ਦੀ ਸ਼ਕਤੀ ਔਰ ਦਰਦ ਦਾ ਮਹਿਸੂਸ ਤਾਂ ਹੋ ਗਿਆ, ਪਰ ਅਸੀਂ ਉਹਨੂੰ ਅੱਗੇ ਪਿੱਛਾ ਨਹੀਂ ਕਰ ਸਕੇ ਉਸ ਨਿਸ਼ਾਨੇ ਦਾ ਜੀ। ਉਹਦਾ ਨਤੀਜਾ ਨਿਕਲਿਆ ਕਿ ਜਦੋਂ 1947 ਦੇ ਵਿੱਚ ਅੰਗਰੇਜ਼ਾਂ ਨੇ ਫੈਸਲਾ ਕਰ ਲਿਆ ਦੇਸ਼ ਜਾਣ ਦਾ, ਜੋ ਲੁੱਟ ਮੋਟ ਲੜੀ ਗਈ, ਚਾਹੇ ਉਹਦੇ 'ਚ ਕੁਰਬਾਨੀਆਂ ਹੋਈਆਂ, ਬਾਬਾ ਖੜਕ ਸਿੰਘ ਦੇ ਨਾਲ ਜਿਹੜੀ ਸਾਡੀ ਉਹ ਬੱਬਰ ਅਕਾਲੀ ਲਹਿਰ ਚੱਲੀ, ਹਥਿਆਰਬੰਦ ਸੰਘਰਸ਼ ਵੀ ਲੜਿਆ, ਸਮਾਜਵਾਦੀ ਲਹਿਰਾਂ ਵੀ ਆਈਆਂ ਜੀ ਜੀ, ਲੋਕ ਲਹਿਰਾਂ ਜਿਹੜੀ ਸਾਡੀਆਂ ਚੱਲੀਆਂ, ਉਹਦਾ ਅੰਗਰੇਜ਼ਾਂ ਦਾ ਦਬਾਅ ਪਿਆ ਜੀ, ਚਾਹੇ ਕਾਂਗਰਸ ਨੇ ਲੜੀਆਂ, ਚਾਹੇ ਮੁਸਲਮਾਨ ਨੇ ਲੜੀਆਂ, ਦਬਾਅ ਤਾਂ ਪਿਆ ਨਾ ਜੀ ਜੀ। ਸੋ ਉਸ ਸਮੇਂ ਜਦੋਂ ਇੱਕ ਮਤਲਬ ਜਿੰਨਾ ਸਪਸ਼ਟ ਹੋ ਗਿਆ ਸੀ ਕਿ ਮੈਂ ਪਾਕਿਸਤਾਨ ਲੈਣਾ ਹੈ ਔਰ ਮੈਂ ਹਿੰਦੁਸਤਾਨ ਦੇ ਇਸ ਹਿੰਦੂ ਹਾਕਮਾਂ ਨਾਲ ਨਹੀਂ ਰਹਿ ਸਕਦਾ ਜੀ, ਇਹਨਾਂ ਨੇ ਬੜਾ ਜ਼ੋਰ ਲਾਇਆ ਉਹਨੂੰ ਮਨਾਉਣ ਵਾਸਤੇ, ਜਿਵੇਂ ਮਾਸਟਰ ਤਾਰਾ ਸਿੰਘ ਨੂੰ ਮਨਾਇਆ। ਮੁਹੰਮਦ ਅਲੀ ਜਿਨਾਹ ਤਾਂ ਨਹੀਂ ਮੰਨਿਆ, ਲੇਕਿਨ ਮਾਸਟਰ ਤਾਰਾ ਸਿੰਘ ਮੰਨ ਗਏ ਜੀ ਵੀ ਥੋੜ੍ਹਾ ਰਹਿ ਲਾਂਗੇ ਜੀ। ਬਸ ਉਹ ਗਲਤੀ ਹੋ ਗਈ। ਅਗਰ ਇਹਦੇ ਪਿੱਛੇ ਕੋਈ ਲਹਿਰ ਖੜੀ ਹੁੰਦੀ 1920 ਤੋਂ 1947 ਤੱਕ ਪੰਜਾਬ ਦੀ ਆਪਣੀ ਖਾਲਸਾ ਰਾਜ, ਸਰਕਾਰੇ ਖਾਲਸਾ ਦੀ ਮੁੜ ਨਵ-ਉਭਾਰ, ਮੁੜ ਸਥਾਪਨਾ, ਉਹ ਜਿਹੜੇ ਅਹਿਦ ਕੀਤੇ ਸੀਗੇ, ਸਮਝੌਤੇ ਕੀਤੇ ਸੀ ਸਾਡੇ ਲਾਹੌਰ ਦਰਬਾਰ ਨੇ ਅੰਗਰੇਜ਼ਾਂ ਨਾਲ, ਉਹ ਖੋਲ੍ਹਣੇ ਚਾਹੀਦੇ ਸੀਗੇ।
ਵੀ ਉਹ ਸਾਡੇ ਤੁਸੀਂ ਲਿਆਓ, ਤੁਸੀਂ ਪੈਦਾ ਕੀਤਾ ਹੈ ਕਿ 1900 ਜਦੋਂ ਦਲੀਪ ਸਿੰਘ ਬਣਨਗੇ ਬਾਲਗ ਹੋਣਗੇ ਸਾਨੂੰ ਵਾਪਸ ਕਰਾਂਗੇ, ਸਾਡੇ ਕਿੱਥੇ ਰਾਜ ਹੋ। ਪਰ ਉਹ ਦਲੀਪ ਸਿੰਘ ਵਾਲਾ ਤਾਂ ਫਿਰ ਉਹ ਸੈਗਮੈਂਟ ਉਲਝ ਗਿਆ ਨਾ ਜੀ, ਕਿਉਂਕਿ ਉਹ ਕਨਵਰਟ ਕਰ ਲਿਆ ਗਿਆ ਉਹਨਾਂ ਨੂੰ, ਤੇ ਉਹਦਾ ਹੋਰ ਲੰਬਾ ਚੌੜਾ ਹੋ ਗਿਆ ਕੰਮ। ਤੇ ਲੇਕਿਨ ਜਿਹੜੇ ਉਹਨਾਂ ਦੇ ਸਾਹਮਣੇ ਆਪਾਂ ਪੈਰੋਕਾਰ ਆਪਾਂ ਕਹਿ ਸਕਦੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਸੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਲੀਡਰਾਂ ਦੀ, ਕਿ ਲੀਡਰ ਜਿਹੜੇ ਅਗਲੇ ਆਉਣ ਵਾਲੇ ਆ ਉਹ ਰਣਨੀਤੀ ਜਿਹੜੀ ਆ ਤੈਅ ਨਹੀਂ ਕਰ ਪਾਏ ਕਿ ਅਸੀਂ ਕਿਸ ਦਿਸ਼ਾ ਨੂੰ ਜਾਣਾ। ਦੇਖੋ ਸਿੱਧੂ ਸਾਹਿਬ, ਜਿਹੜੀ ਟਰਾਂਸਫਰ ਆਫ ਪਾਵਰ ਹੁੰਦੀ ਹੈ ਨਾ ਜੀ, ਅਸੀਂ ਅੰਗਰੇਜ਼ਾਂ ਨਾਲ ਉਹਨਾਂ ਦੇ ਹਿੰਦੁਸਤਾਨ ਦੇ ਹਾਕਮਾਂ ਦੇ ਵਜੋਂ ਅਹਿਦ ਕੀਤਾ ਸੀਗਾ ਸਿੱਖ ਸਰਕਾਰ ਨੇ ਜੀ। ਲੇਕਿਨ ਜਦੋਂ ਉਹ ਟਰਾਂਸਫਰ ਆਫ ਪਾਵਰ ਹੋਣ ਲੱਗੀ ਤਾਂ ਉਹ ਅੰਗਰੇਜ਼ਾਂ ਦੀ ਜਿਹੜੀ ਤਾਕਤਾਂ ਸੀਗੀਆਂ ਜਾਂ ਅੰਗਰੇਜ਼ਾਂ ਦੀ ਜਿਹੜੀ ਅਥਾਰਟੇਟਿਵ ਉਹਨਾਂ ਦੇ ਹਾਕਮ ਦੀ ਸੀਗੀ ਸਥਿਤੀ, ਉਹ ਹਿੰਦੂਆਂ ਦੇ ਕੋਲ ਆ ਗਈ ਜਾਂ ਕਾਂਗਰਸ ਕੋਲ ਆ ਗਈ। ਹਿੰਦੂ ਨਵਬਾਰ ਦਾ ਹੋ ਗਿਆ, ਲੇਕਿਨ ਉਹਦੇ 'ਚ ਸਿੱਖ ਨਵਬਾਰ ਕਿਤੇ ਗੁਆਚ ਗਿਆ। ਉਸ ਦੇ ਨਾਲ ਫਿਰ ਕੀ ਹੈ, ਨਾਲ ਜੁੜੇ ਉਹ ਬੜਾ ਵੱਡਾ ਇਤਿਹਾਸ ਹੈ, ਅਸੀਂ ਮਤਲਬ ਸਮਾਂ ਨਹੀਂ ਅਸੀਂ ਦੱਸ ਸਕੀਏ। 50 ਸਾਲ ਦਾ ਜਿਹੜਾ 70 ਸਾਲ ਦਾ ਇਤਿਹਾਸ ਹੈ ਨਾ ਸਿੱਧੂ ਸਾਹਿਬ, ਉਹ ਬੜਾ ਦੁੱਖ ਭਰਿਆ। ਸਾਡੀ ਰਾਜਨੀਤੀ ਜਿਹੜੀ ਹੈ ਉਲਝ ਕੇ ਰਹਿ ਗਈ ਜੀ। ਪਹਿਲਾਂ ਪੰਜਾਬੀ ਸੂਬੇ 'ਚ ਉਲਝ ਗਈ, ਫਿਰ ਪੰਜਾਬੀ ਸੂਬੇ ਪੂਰਾ ਕਰਾਉਣ 'ਚ uਲਝ ਗਈ, ਉਹ ਵੀ ਪੂਰੀ ਨਹੀਂ ਹੋਏ 50 ਸਾਲ ਦਾ ਜੀ। ਪ੍ਰਕਾਸ਼ ਸਿੰਘ ਬਾਦਲ ਇਸ ਵਾਸਤੇ ਮੈਂ ਸਮਝਦਾ ਕਿ ਜਦੋਂ 1970 ਤੋਂ ਲੈ ਕੇ ਵਰਤਮਾਨ ਤੱਕ 50 ਸਾਲ ਉਹਨਾਂ ਨੇ ਆਪਣਾ ਹਿੰਦੁਸਤਾਨ ਪੰਜਾਬ ਦੀ ਰਾਜਨੀਤੀ 'ਤੇ ਪ੍ਰਭਾਵ ਪਾਇਆ ਜੀ। ਅੱਜ ਮੈਂ ਸਮਝਦਾ ਕਿ ਸਾਡੀ ਅੱਜ ਦੀ ਜਨਰੇਸ਼ਨ ਹੈ, ਕੋਈ ਮੈਂ ਵੀ 3-4 ਜਨਰੇਸ਼ਨ ਦਾ ਜੀ ਵਿਟਨੈਸ ਹਾਂ। ਬਿਲਕੁਲ ਜੀ, ਗਵਾਹ ਕਿ 1970 ਦੇ ਵਿੱਚ ਉਹਨਾਂ ਦਾ ਜਵਾਬ ਸ਼ੁਰੂ ਹੋਇਆ। ਅਸੀਂ 1970 'ਚ ਆਪਣੀ ਪੋਲਿਟਿਕਸ ਸ਼ੁਰੂ ਕੀਤੀ। ਮੈਂ ਪੋਲਿਟਿਕਸ 'ਚ ਆਇਆ, ਸਿੱਖ ਫੈਡਰੇਸ਼ਨ 'ਚ ਆਇਆ ਜੀ। ਮੈਂ ਮਤਲਬ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਤੌਰ 'ਤੇ ਸਵਾਲ ਕਰਦਾ ਵੀ ਭਾਈ ਤੁਸੀਂ 50 ਸਾਲ ਦੇ ਵਿੱਚ ਪੰਥ ਨੂੰ ਕੀ ਲੈ ਕੇ ਦਿੱਤਾ ਜੀ। ਪੰਥ ਦੀ ਰਾਜਨੀਤੀ ਨੂੰ ਆ ਤੁਸੀਂ ਜਿਹੜਾ ਅਕਾਲੀ ਰਾਜਨੀਤੀ ਰਾਹੀਂ ਪੰਥ ਦਾ ਜੋ ਪ੍ਰਤੀਨਿਧਵ ਹੋਣਾ ਚਾਹੀਦਾ ਸੀ ਉਹ ਹੋਇਆ। ਕੀ ਚੰਡੀਗੜ੍ਹ ਲੈ ਲਿਆ ਗਿਆ, ਕੀ ਪਾਣੀ ਦੇ ਮਸਲੇ ਹੱਲ ਕਰ ਲਏ ਗਏ, ਕੀ ਪੰਜਾਬੀ ਬੋਲਦੇ ਇਲਾਕੇ ਲੈ ਲਏ ਗਏ, ਕੀ ਪੰਜਾਬ ਦਾ ਆਪਣਾ ਕੋਈ ਵਿਕਾਸ ਮਾਡਲ ਬਣਿਆ, ਕੀ ਪੰਜਾਬ ਦੀ ਆਪਣੀ ਜਿਹੜੀ ਕੰਕਰੈਂਟ ਦੇ ਨਾਲ ਸਟੇਟ ਲਿਸਟ ਦੇ ਵਿੱਚ ਕੀ ਪੰਜਾਬ ਦੇ ਵਿੱਚ ਆਪਣੀ ਜਿਹੜੀ ਸਿੱਖਾਂ ਦੀ ਸਥਿਤੀ ਨੂੰ ਮਜ਼ਬੂਤ ਕਰ ਸਕੇ। ਮੈਂ ਸਮਝਦਾ ਸਾਡੇ ਦਰਸ਼ਕ ਵੀ ਜਾਣਦੇ ਆ ਕਿ ਮਸਲਾ ਤੇ ਕੋਈ ਹੱਲ ਨਹੀਂ ਹੋਇਆ ਜੀ। ਤੋ ਇਹ ਸਵਾਲ ਅੱਜ ਜਨਤਾ ਦੇ ਸਵਾਲ ਨੇ, ਜਿਹੜੇ ਤੁਸੀਂ ਸਵਾਲ ਉਠਾ ਰਹੇ ਨੇ, ਇਹ ਸਾਡੇ ਸਿੱਖ ਪੰਥ ਦੇ ਸਮੁੱਚੇ ਦੇ ਪੰਜਾਬੀਆਂ ਦੇ ਸਵਾਲ ਨੇ ਕਿ ਤੁਸੀਂ ਪੰਜਾਬ ਵਾਸਤੇ ਕੋਈ ਚੀਜ਼ ਜਿਹੜੀ ਹੈ ਉਹ ਕਿਉਂ ਨਹੀਂ ਕੋਈ ਸਿਸਟਮ ਬਣਾ ਸਕੇ ਤੇ ਕੋਈ ਨਹੀਂ ਦਿਸ਼ਾ ਕਿਉਂ ਨਹੀਂ ਤੈਅ ਕਰ ਸਕੇ। ਦੇਖੋ ਜਦੋਂ ਤਾਂ ਆਪਾਂ ਦਿਨ ਮਨਾਉਂਦੇ ਨਾ ਜੀ, ਕੋਈ ਇਹਦਾ ਆਪਾਂ ਧਿਆਨ ਸਮਝ ਲਈਏ ਜੀ। ਦੇਖੋ ਸ਼ਤਾਬਦੀਆਂ ਮਨਾਉਣੀ ਸ਼ੁਰੂ ਕੀਤੀ ਅਸੀਂ 99 ਤੋਂ 300 ਸਾਲ ਤੋਂ ਲੈ ਕੇ ਉਸ ਤੋਂ ਪਹਿਲਾਂ ਵੀ। ਚਲੋ ਅੱਜ ਆਪਾਂ ਮਤਲਬ ਦਰਜਨ ਦੇ ਕਰੀਬ ਸ਼ਤਾਬਦੀਆਂ ਮਨਾ ਚੁੱਕੇ ਹਾਂ ਜੀ। ਸ਼ਤਾਬਦੀਆਂ ਮਨਾਉਣ ਵਾਸਤੇ ਹੁੰਦਾ ਕਿ ਆਪਣਾ ਲੇਖਾ ਜੋਖਾ ਕਰਨਾ ਜੀ, ਚਾਹੇ ਕਿਸ ਵੀ ਸੰਬੰਧਿਤ ਹੋਵੇ, ਵਿਸ਼ੇ ਨਾਲ ਸੰਬੰਧਿਤ ਹੋਵੇ, ਉਸ ਨਾਲ ਸਾਡਾ ਹੈ ਤਾਂ ਪੰਥ ਦੀ ਸ਼ਕਤੀ ਬਣਨੀ। ਬਿਲਕੁਲ ਜੀ, ਬਿਲਕੁਲ ਜੀ। ਜਿਹਦੇ 'ਚ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਦੇ ਅਕਾਲੀ ਦਲ ਸਾਰੇ ਇੱਕੋ ਲਾਈਨ 'ਚ ਨਹੀਂ ਮੈਂ ਸਮਝਦਾ, ਕਿਉਂਕਿ ਇੱਕ ਲਕੀਰੀ ਕੰਮ ਹੈ ਕਿ ਇਹ ਜਿਹੜੀ ਕਲਚਰ ਹੈ ਇਹਨੂੰ ਅਕਾਲੀ ਕਲਚਰ ਕਹਿ ਲਓ ਜੀ। ਇਹਦੇ 'ਚ ਭਾਵੇਂ ਵੱਖਰੇ ਅਕਾਲੀ ਦਲ ਬਣੇ, ਸ਼੍ਰੋਮਣੀ ਕਮੇਟੀ ਚੋਣਾਂ ਲੜਦੇ ਰਹੀਆਂ, ਕਾਂਗਰਸ ਨੇ ਯਤਨ ਕੀਤਾ ਵੀ ਸ਼੍ਰੋਮਣੀ ਕਮੇਟੀ ਕਬਜ਼ਾ ਕਰੇ, ਕਿਉਂਕਿ ਰਾਜਨੀਤਿਕ ਹੋ ਗਿਆ ਸ਼੍ਰੋਮਣੀ ਕਮੇਟੀ ਦਾ। ਰਾਜਨੀਤਿਕ ਹੋਣ ਨਾਲ ਰਾਜਨੀਤਿਕ ਲੋਕ ਵੀ ਲੜਨ ਲੱਗ ਪਏ ਇਲੈਕਸ਼ਨਾਂ। ਸੋ ਮੈਂ ਸਮਝਦਾ ਕਿ ਜਿਹੜਾ ਅਸੀਂ ਸ਼ਤਾਬਦੀਆਂ ਬਣਾਈਆਂ ਉਹ ਇੱਕ ਵੱਖਰਾ ਟੌਪਿਕ ਹੈ ਕਿ ਆਪਾਂ ਉਹਦੇ 'ਚ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਕਰ ਸਕੇ ਜੀ। ਮਨਾ ਲਈ ਗਈ, ਲੇਕਿਨ ਉਹ ਤਾਂ ਕਿ ਕੌਮ 'ਚੋਂ ਬਾਹਰ ਕਿੰਨਾ ਆਇਆ। ਤੇ ਹੁਣ ਇਸ ਵੇਲੇ ਦੀ ਆਪਾਂ ਗੱਲ ਕਰਦੇ ਹਾਂ, ਤੇ ਇਸ ਵੇਲੇ ਜਿਹੜੀ ਇਹ ਅਕਾਲੀ ਰਾਜਨੀਤੀ ਹੈ ਇਹ ਕਿੱਥੇ ਕਿਹੜੇ ਮੋੜ 'ਤੇ ਖੜੀ ਨਜ਼ਰ ਆ ਰਹੀ ਹੈ, ਕੀ ਸੰਭਾਵਨਾ ਕੋਈ? ਦੇਖੋ ਜੀ, ਮੈਂ ਜਦੋਂ 1920 ਦੀ ਗੱਲ ਕਿ 2020 ਚ ਆਉਂਦਾ ਝੱਟ ਤਾਂ ਉਸ ਸਮੇਂ ਇੱਕ ਅਕਾਲੀ ਦਲ ਸੀ ਜੀ, ਭਾਵੇਂ ਨਿਸ਼ਾਨਾ ਵੀ ਇੱਕੋ ਸੀਗਾ, ਚਲੋ ਅੰਗਰੇਜ਼ਾਂ ਨੂੰ ਕੱਢਣਾ ਜੀ, ਇੱਕ ਅਕਾਲੀ ਦਲ ਸੀ। ਪਰ ਜਿਸ ਤਰ੍ਹਾਂ ਦੇ ਇਤਿਹਾਸ ਨੇ ਈਵੈਂਟਸ ਲਈਆਂ ਨੇ ਜੀ, ਇਹ ਜਿਹੜੀ ਅਕਾਲੀ ਦਲ ਦੇ ਵਿੱਚ ਫੁੱਟ ਪਈ ਆ, ਔਰ ਮਤਲਬ ਕਹਿ ਸਕਦੇ 6-7 ਅਕਾਲੀ ਦਲ ਬਣੇ ਹੋਏ ਨੇ ਜੀ, ਔਰ ਹਰ ਕੋਈ ਕਹਿੰਦਾ ਕਿ ਸਾਡਾ ਅਸਲ ਅਕਾਲੀ ਦਲ ਹੈ। ਇਹ ਜਿਹੜੀ ਇੱਕ ਤਾਂ ਇਹ ਵੱਡੀ ਸਾਡੀ ਇੱਕ ਲੋਕ ਤਾਂ ਕਹਿਣ ਲੱਗੇ ਵੀ ਇਹ ਅਕਾਲੀ ਦਲ ਨਹੀਂ ਗੇ, ਇਹ ਦਲ ਬਣੇ ਜੀ ਜੀ। ਪਰ ਫਿਰ ਵੀ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਸਿੱਖ ਰਾਜਨੀਤੀ ਦਾ ਮੂੰਹ ਮਾਦਾ ਤਾਂ ਬਣਨਾ ਚਾਹੀਦਾ ਨਾ, ਆਫਟਰ ਸਾਡੀ ਪੰਥ ਦੀ ਰਾਜਨੀਤੀ ਹੈ ਉਸ ਦਾ ਕੀ ਹੋਣਾ ਚਾਹੀਦਾ ਹੈ। ਜਦੋਂ ਅਸੀਂ 2020 ਦੇ ਵਿੱਚ ਦੇਖ ਰਹੇ ਕਿ ਤਕਰੀਬਨ ਮੈਂ ਮਹਿਸੂਸ ਕਰਦਾ ਕਿ 3-4 ਦਲ ਮੁੱਖ ਤੌਰ 'ਤੇ ਨੇ। ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ, ਦੂਸਰਾ ਅਕਾਲੀ ਦਲ ਡੈਮੋਕ੍ਰੈਟਿਕ, ਤੀਸਰਾ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ, ਤੇ ਬਾਕੀ ਜਿਹੜਾ ਰਵਿੰਦਰ ਸਿੰਘ ਯੂਨਾਈਟਿਡ ਅਕਾਲੀ ਦਲ, ਸੁੰਦਰ ਅਕਾਲੀ ਦਲ, ਇਹ ਛੋਟੇ ਗਰੁੱਪ ਨੇ। ਦਲ ਖਾਲਸਾ ਵੀ ਰਾਜਨੀਤੀ 'ਚ ਹੈਗਾ, ਰਾਜ ਫੈਡਰੇਸ਼ਨਾਂ ਵੀ ਹੈਗੇ ਨੇ, ਸਾਰਾ ਹੈ। ਲੇਕਿਨ ਮੁੱਖ ਤੌਰ 'ਤੇ ਮੈਂ ਦੋਨਾਂ 'ਚ ਮੁਕਾਬਲਾ ਕਰਦਾ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜੀ। ਅੱਛਾ, ਇਹਨਾਂ ਦੋਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ। ਇਸ ਜਿਹੜਾ ਦਿਨ ਆਪਾਂ ਅੱਜ 12 ਤਰੀਕ ਹੈ ਜੀ, 13 ਤਰੀਕ ਨੂੰ ਆਪਾਂ ਇਹਨਾਂ ਨੇ ਅਖੰਡ ਪਾਠ ਅੱਜ ਰਖਾ ਦਿੱਤਾ ਹੈ ਜੀ ਜੀ। 13 ਤਰੀਕ ਸੈਮੀਨਾਰ ਕਰਨਾ ਸੀ ਡੈਮੋਕ੍ਰੈਟਿਕ ਨੇ, ਇਹਨਾਂ ਨੇ ਅਨੰਦਪੁਰ ਸਾਹਿਬ ਬਣਾਉਣਾ ਸੀ, ਸ਼੍ਰੋਮਣੀ ਅਕਾਲੀ ਦਲ ਬਾਦਲ ਜੀ।
ਲੇਕਿਨ ਕਿਸਾਨੀ ਮੋਰਚੇ ਦਾ ਬਹਾਨਾ ਲੈ ਕੇ ਜਾਂ ਉਸ ਨੂੰ ਲੈ ਕੇ ਦੋਨਾਂ ਨੇ ਪੋਸਟਪੋਨ ਕਰਤੇ ਨੇ। ਅੱਛਾ, ਵੀ ਅਸੀਂ ਹੁਣ ਇਹ ਨਹੀਂ ਕਰਨਾ। ਮੈਂ ਬੜਾ ਹੈਰਾਨ ਹਾਂ ਇਸ ਗੱਲ ਤੋਂ ਕਿ ਕੀ ਇਸ ਕਿਸਾਨੀ ਅੰਦੋਲਨ ਪਿੱਛੇ ਅਕਾਲੀ ਦਲ ਆਪਣੀ ਜਿਹੜੀ ਅਸਰਪਸ਼ਤਾ ਹੈ ਜਾਂ ਦਿਸ਼ਾਹੀਣਤਾ ਹੈ ਜਾਂ ਜਿਹੜੀ ਏਜੰਡਾ ਰਹਿਤਤਾ ਹੈ, ਜਿਹਨੂੰ ਕਹਿੰਦੇ ਦ੍ਰਿਸ਼ਟੀਕੋਣ ਰਹਿਤ ਹੈ, ਕਿ ਉਸ ਬਾਰੇ ਉਸ ਪ੍ਰਤੀ ਵੱਡਾ ਇੱਕ ਕੰਮ ਨਾ ਕਰਨ ਦੇ ਬਹਾਨੇ ਇਸ ਅਕਾਲੀ ਕਿਸਾਨੀ ਅੰਦੋਲਨ ਦਾ ਬਹਾਨਾ ਤਾਂ ਲੈ ਲਿਆ ਇਹਨਾਂ ਨੇ। ਇਹ ਲੋਕ ਪੁੱਛਣ ਨੂੰ ਤਿਆਰ ਨੇ, ਪੁੱਛਦੇ ਲੋਕ ਵੀ ਜਦੋਂ ਆਪਾਂ ਇੱਕ 100 ਸਾਲ ਬਾਅਦ ਮਨਾਉਣਾ ਹੈ, ਐਜੀਪੀਸੀ ਨੇ ਕੀਤਾ, ਪਰ ਤੁਸੀਂ ਅਕਾਲੀ ਦਲ ਦਾ ਜਿਹੜਾ 100 ਸਾਲਾ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਣੀ ਚਾਹੀਦੀ ਸੀ, ਜੋ ਤੁਸੀਂ ਸਵਾਲ ਕੀਤਾ, ਇਹ ਲੋਕ ਹੋਰਨਾਂ ਦੇ ਸਵਾਲ ਵੀ ਨੇ, ਕਿ ਇਸ ਵੇਲੇ ਅਕਾਲੀ ਰਾਜਨੀਤੀ ਦਿਸ਼ਾ ਕੀ ਹੈ, ਕਿੱਧਰ ਜਾਏਗੀ। ਪੰਜਾਬ ਦੇ ਵਿੱਚ ਮਲਟੀ ਪਾਰਟੀ ਸਿਸਟਮ ਬਣ ਗਿਆ। ਕਿਸੇ ਸਮੇਂ ਸਿੱਖ ਪਾਰਟੀ ਦੇ ਵਿੱਚ ਜਾਂ ਸਿੱਖ ਪੰਥਕ ਪਾਰਟੀ ਸਿੱਖ ਹੀ ਹੁੰਦੇ ਸੀ। ਅੱਜ ਸਿੱਖਾਂ ਦੀ ਗਿਣਤੀ ਸਾਰੀਆਂ ਪਾਰਟੀਆਂ 'ਚ ਹੈ। ਜੀ ਅੰਮ੍ਰਿਤਧਾਰੀ ਵੀ ਨੇ, ਉਹ ਚਾਹੇ ਜੋ ਵੀ ਪਾਰਟੀਆਂ ਹੈਗੀਆਂ, ਕਾਂਗਰਸ ਵੀ, ਇਹ ਸਾਰਾ ਕੁਛ ਹੈਗਾ ਜੀ। ਸਿੱਖਾਂ ਦੀ ਗਿਣਤੀ ਟੁੱਟ ਗਈ ਨਾ ਜੀ। ਅਕਾਲੀ ਦਲ ਨੇ ਆਪਣੀ ਸਿੱਖ ਸ਼ਕਤੀ ਨੂੰ ਤਾਕਤਵਰ ਕਰਨ ਵਾਸਤੇ, ਪੰਥਕ ਸ਼ਕਤੀ ਨੂੰ ਤਾਕਤਵਰ ਕਰਨ ਦੀ ਬਜਾਏ ਰਾਜਨੀਤੀ ਜਾਂ ਜਿਹਨੂੰ ਆਪਾਂ ਜੋੜ ਤੋੜ ਦੀ ਰਾਜਨੀਤੀ ਸੱਤਾ ਵਿੱਚ ਆਉਣ ਵਾਸਤੇ ਸਿਰਫ ਯਤਨ ਕੀਤੇ। ਉਸ ਵਾਸਤੇ ਇਹਨਾਂ ਨੇ ਹੋਰਨਾਂ ਪਾਰਟੀਆਂ ਨਾਲ ਸਮਝੌਤਾ ਕੀਤਾ। ਵੋਟ ਦਾ ਰਾਜ ਹੈ, ਚਾਹੇ ਉਹ ਡੇਰੇਦਾਰ ਨੇ, ਔਰ ਪਾਰਟੀ ਨੂੰ ਜੀ ਹੋਰ ਦੂਸਰੀਆਂ ਕੌਮਾਂ ਵਾਸਤੇ ਵੀ ਖੋਲ੍ਹਿਆ ਗਿਆ। ਸਾਰੇ ਜਿਵੇਂ 1995 ਵਿੱਚ ਪੰਜਾਬੀ ਪਾਰਟੀ ਬਣਾਤੀ ਗਈ, ਆਪਣਾ ਪੰਥਕ ਖਾਸਾ ਹੀ ਛੱਡ ਗਈ। ਇਹ ਬੜਾ ਵੱਡਾ ਸਵਾਲ ਹੈ ਕਿ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਆਪਣਾ ਪੰਥਕ ਖਾਸਾ ਹੀ ਜਦੋਂ ਛੱਡ ਚੁੱਕੀ ਹੈ, ਤਾਂ ਕੀ ਅਸੀਂ ਇਸ ਨੂੰ ਬੇਸਿਕਲੀ ਇੱਕ ਸਿੱਖ ਪੰਥ ਦੀ ਰੱਖਿਅਕ ਤੇ ਸਿੱਖ ਪੰਥ ਦੇ ਰਾਜਸੀ ਐਸਪੀਰੇਸ਼ਨਸ ਨੂੰ, ਅਭਿਲਾਸ਼ਾਵਾਂ ਨੂੰ ਅੱਗੇ ਲਿਜਾਣ ਵਾਸਤੇ ਇਹਦੇ ਇਤਬਾਰ ਕਰ ਸਕਦੇ ਹਾਂ। ਜਿਹੜੇ 100 ਸਾਲਾਂ ਦੇ ਉੱਤੇ ਜਿਹੜੇ ਇਹਨਾਂ ਨੇ, ਮੈਂ ਕਹਿੰਦਾ ਉਹਨਾਂ ਜਸ਼ਨ ਮਨਾਉਣੇ ਸੀ, 100 ਸਾਲ ਅਸੀਂ ਪੂਰੇ ਕਰ ਲਏ ਇਤਿਹਾਸ ਦੇ, ਪਰ ਉਹ ਹੁਣ ਅੱਗੇ ਪਿੱਛੇ ਕੀਤਾ ਜਾ ਰਿਹਾ। ਤਾਂ ਤੁਸੀਂ ਇਹਨੂੰ ਕਿਹੜੀ ਰਣਨੀਤੀ ਦਾ ਹਿੱਸਾ ਸਮਝਦੇ ਹੋ? ਦੇਖੋ, ਰਣਨੀਤੀ ਤਾਂ ਮੈਂ ਸਮਝਦਾ ਜੀ ਐਵੇਂ ਇੱਕ ਡੰਗ ਟਪੋਜ ਗੱਲ ਕਰ ਲਈ ਇਹਨਾਂ ਨੇ। ਅੱਛਾ, ਚਾਹੇ ਉਸ ਦੇਖੋ ਡੈਮੋਕ੍ਰੈਟਿਕ ਅਕਾਲੀ ਦਲ ਨੇ ਸੈਮੀਨਾਰ ਕਰ ਰਿਹਾ 13 ਤਰੀਕ ਕੱਲ੍ਹ, ਉਹ ਨਹੀਂ ਕਰ ਰਹੇ, ਅਕਾਲੀ ਦਲ ਨਹੀਂ ਕਰ ਰਿਹਾ। ਪਰ ਮੈਂ ਮਹਿਸੂਸ ਕਰਦਾ ਸੰਧੂ ਸਾਹਿਬ ਕਿ ਜਦੋਂ ਤੁਸੀਂ ਏਜੰਡਾ ਹੀ ਕੋਈ ਫਿਕਸ ਨਹੀਂ ਕਰ ਰਹੇ ਪੰਥ ਦਾ, ਅੱਜ ਦੇ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਪਿੱਟ ਗਏ, ਪਿੱਛੇ ਚਲੇ ਗਏ, ਤੁਹਾਡਾ ਰੋਲ ਹੀ ਕੋਈ ਨਹੀਂ ਰਹਿ ਗਿਆ। ਅਗਲਿਆਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਨਾ ਆਓ, ਕਿਸਾਨ ਜਥੇਬੰਦੀਆਂ ਨੇ ਇਹ ਨਹੀਂ ਕਿਹਾ ਤੁਸੀਂ ਨਾ ਆਓ, ਸਾਥ ਦਿਓ, ਪਰ ਤੁਸੀਂ ਆਪਣੀ ਜਿਹੜੀ ਝੰਡਾ ਸ਼ੁਰੂ ਕਰਤਾ ਸੀ ਨਾ ਵੀ ਸਾਡਾ ਅਕਾਲੀ ਦਲ, ਸਾਡਾ ਕਾਂਗਰਸ, ਸਾਡੇ ਆਮ ਆਦਮੀ ਪਾਰਟੀ, ਸਾਡੀ, ਉਹ ਪਾਸੇ ਛੱਡ ਦਿਓ, ਕਿਉਂਕਿ ਮੁੱਦਾ ਇਕਾਨਮਿਕ ਹੈ। ਇੱਥੋਂ ਮੈਂ ਅੱਜ ਜਦੋਂ ਕਿਸਾਨੀ ਅੰਦੋਲਨ ਦਿੱਲੀ ਚਲਾ ਗਿਆ ਔਰ ਬੜੀਆਂ ਵੱਡੀਆਂ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ, ਔਰ ਇੱਕ ਤਰ੍ਹਾਂ ਦੀ ਮਤਲਬ ਵਿਕਾਰ ਦਾ ਸਵਾਲ ਬਣ ਗਿਆ ਕਾਂਗਰਸ ਬੀਜੇਪੀ ਸਰਕਾਰ ਵਾਸਤੇ ਤੇ ਕਿਸਾਨਬੰਦੀਆਂ ਵਾਸਤੇ ਕਿ ਅਸੀਂ ਆਪਣਾ ਸਮਝੌਤਾ ਕਰਾ ਕੇ ਆਉਣਾ, ਮਤਲਬ ਆਪਣੇ ਜਿਹੜੇ ਬਿੱਲ ਨੇ ਉਹ ਰੱਦ ਕਰਾ ਕੇ ਆਉਣੇ ਨੇ। ਉਹ ਕਹਿੰਦੇ ਅਸੀਂ ਨਹੀਂ ਕਰਨੇ, ਤੇ ਇਹ ਕਹਿੰਦੇ ਰੱਦ ਕਰਾਣੇ ਨੇ। ਯਾਨੀ ਇੱਦੋਂ ਦੀ ਜਿਹੜੀ ਵੱਡੀ ਕਰੂਸ਼ੀਅਲ ਸਥਿਤੀ ਬਣੀ ਹੋਈ ਹੈ ਜੀ। ਔਰ ਇਹ ਸਿਰਫ ਕਿਸਾਨ ਜਥੇਬੰਦੀਆਂ ਦਾ ਇਹ ਬੰਦੂ ਸਾਹਿਬ ਇਸ ਵੇਲੇ ਮੁੱਦਾ ਨਹੀਂ ਰਹਿ ਗਿਆ, ਇਸ ਵੇਲੇ ਪੰਜਾਬ ਦੀ ਅਣਖ ਦਾ ਸਵਾਲ ਹੈ। ਤੇ ਇਸ ਸਾਰੀ ਸਥਿਤੀ ਦੇ ਵਿੱਚ ਮੁੱਖ ਤੌਰ 'ਤੇ ਅਕਾਲੀ ਦਲ ਜੋ ਕਿ ਕਿਸਾਨੀ ਪਾਰਟੀ ਆਪਣੇ ਨੂੰ ਕਹਿੰਦੀ ਹੈ, ਉਹਦਾ ਕੀ ਰੋਲ ਹੈ? ਠੀਕ ਹੈ ਨਾ ਜੀ। ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਉਹਦੇ ਵਿੱਚੋਂ ਤਾਂ ਉਹਨੂੰ ਪਿੱਛੇ ਜੇ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਤਾਂ ਸਾਨੂੰ ਜਾਣ ਰੋਕਿਆ ਥੋੜ੍ਹਾ ਹੈ, ਚਲੇ ਜਾਓ, ਆਪਣੀ ਰਾਜਨੀਤੀ ਨਾ ਕਰੋ ਪਰ ਉੱਥੇ ਸਟੇਜ ਦੇ ਉੱਤੇ ਨਹੀਂ ਕੋਈ ਜਗ੍ਹਾ ਹੈਗੀ, ਨਾ ਦਿਓ ਕੋਈ ਗੱਲ। ਮੁੱਦਾ ਤਾਂ ਪੰਥ ਦੀ ਪੰਜਾਬ ਦੀ ਹਿੱਤਾਂ ਦੀ ਗੱਲ ਦੀ ਹੈ ਨਾ ਜੀ। ਜੇ ਕਿਸਾਨ ਨਹੀਂ ਬਚੂਗੀ ਤਾਂ ਤੁਹਾਡੀ ਰਾਜਨੀਤੀ ਬਚੇਗੀ। ਤੇ ਹੁਣ ਅਕਾਲੀ ਲੀਡਰਸ਼ਿਪ ਕੀ ਕਰ ਰਹੀ ਜਾ ਰਹੀ ਹੈ ਉੱਥੇ, ਕੀ ਸੋਚਣਾ? ਅਕਾਲੀ ਦਲ ਦਾ ਕੋਈ ਪ੍ਰੋਗਰਾਮ ਨਹੀਂ। ਸੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਦਿਨ ਸੀਗੇ ਨਾ ਜੀ, ਇਸ ਦਿਨ ਦੇ ਵਿੱਚ ਅਗਰ ਤੁਸੀਂ ਵੱਡੀ ਛਾਲ ਨਾ ਵੀ ਮਾਰਦੇ ਕਿ ਪੰਥ ਦਾ ਅੱਗੇ ਅਸੀਂ ਕੀ ਪ੍ਰੋਗਰਾਮ ਬਣਾਉਣਾ ਹੈ, ਚਾਹੇ ਡੈਮੋਕ੍ਰੈਟਿਕ ਹੈ ਤੇ ਚਾਹੇ ਇਹ ਦਲ ਹੈ, ਇਹਨਾਂ ਨੂੰ ਇਸ 100 ਸਾਲਾਂ ਦੇ ਉੱਤੇ ਕਿਸਾਨੀ ਅੰਦੋਲਨ ਨੂੰ ਡਿਸਕਸ ਕਰਨਾ ਚਾਹੀਦਾ ਸੀ ਆਪਣੀ ਕਾਨਫਰੰਸਾਂ ਦੇ ਵਿੱਚ। ਕਿ ਅੱਜ ਜਿਹੜਾ 100 ਸਾਲ ਦੀ ਸਥਿਤੀ ਜਿਹੜੀ ਬਣੀ ਹੈ, ਅੱਜ ਤੋਂ 3 ਮਹੀਨੇ ਪਹਿਲਾਂ ਨਹੀਂ ਸੀ। ਤੁਹਾਨੂੰ ਲੱਗਦਾ ਕਿ ਇਹ ਇੱਕ ਮੌਕਾ ਸੀਗਾ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਕਿ ਤੁਸੀਂ ਉਹਦੇ ਮੱਦੇਨਜ਼ਰ ਕੋਈ ਨਾ ਕੋਈ ਰਣਨੀਤੀ ਤੇ ਵਿਚਾਰ ਕਰਦੇ ਜਾਂ ਉਹਦੇ ਤੇ ਡਿਸਕਸ ਕਰਦੇ ਕਿ ਇਹ ਚੀਜ਼ਾਂ ਆਈਆਂ, ਇਹਨਾਂ ਦੇ ਵਿੱਚ ਅਕਾਲੀ ਦਲ ਦੀ ਕੀ ਭੂਮਿਕਾ, ਕਿਵੇਂ ਮਜ਼ਬੂਤ ਕੀਤਾ ਜਾ ਸਕਦਾ? ਬਿਲਕੁਲ। ਕਿਉਂਕਿ ਦੇਖੋ ਜਿਹੜੀ ਸਾਰੀ ਸਥਿਤੀ ਲੋਕ ਅੱਜ ਕੱਲ੍ਹ ਲੋਕ ਰਾਜ ਹੈ, ਲੋਕਾਂ ਕੋਲ ਕੱਲ੍ਹ ਤੁਸੀਂ ਵੋਟਾਂ ਲੈਣ ਜਾਣਾ ਜੀ ਸੱਤਾ 'ਚ ਆਉਣ ਵਾਸਤੇ। ਲੜਾਈ ਬਣਨੀ ਹੈ ਕਾਂਗਰਸ ਨਾਲ, ਆਮ ਆਦਮੀ ਪਾਰਟੀ ਨਾਲ, ਮਾਨ ਨਾਲ ਲੜਾਈ ਬਣਨੀ ਹੈ ਨਾ। ਉਸ ਲੜਾਈ ਵਾਸਤੇ ਤੁਹਾਡੇ ਕੋਲ ਕੱਲ੍ਹ ਜਾ ਕੇ ਕੀ ਜਵਾਬ ਹੈ? ਕੀ ਹਥਿਆਰ ਨੇ ਤੁਹਾਡੇ ਜਿਹਨਾਂ ਨਾਲ ਲੜਨਾ?
ਹਾਂ ਕਾਰ ਕੀ ਕਿਹੜੀ ਗੱਲ ਕਰਨੀ ਕਿਹੜੀ ਗੱਲ ਕਿਹੜਾ ਮਤਲਬ ਜਿਹੜੇ ਕਿ ਉਹ ਵੋਟਾਂ ਦੂਜੇ ਪਾਸੇ ਜਾਣ ਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਆਉਣ। ਦੇਖੋ ਕਾਂਗਰਸ ਆਪਣੀ ਲੜਾਈ ਲੜ ਰਹੀ ਹੈ, ਬਿਲਕੁਲ ਉਹਨੇ ਕਿਸਾਨੀ ਮੋਰਚੇ ਨੂੰ ਪਿਛਲੇ 2 ਮਹੀਨੇ 'ਚ ਚੁੱਪ ਸਪੋਰਟ ਦਿੱਤੀ। ਹਾਂ ਬਿਲਕੁਲ ਜੀ। ਔਰ ਇਸ ਕਾਨੂੰਨ ਵੀ ਜਿਹੜਾ ਉਹਨੇ ਬਣਾਉਣ ਦੀ ਕੋਸ਼ਿਸ਼ ਕੀਤੀ ਐਮਐਸਪੀ ਦਾ, ਇਸ ਗੱਲ ਨੂੰ ਕਿਸਾਨ ਜਥੇਬੰਦੀ ਸਮਝਦੀਆਂ ਨੇ। ਭਾਵੇਂ ਕਿਸਾਨ ਜਥੇਬੰਦੀ 'ਚ ਕਈ ਤਰ੍ਹਾਂ ਦੀ ਕੰਟਰਾਡਿਕਸ਼ਨਸ ਨੇ ਜੀ ਜੀ। ਅੱਜ ਉਹ ਸਾਂਝੇ ਕਾਰਜ ਭਾਵੇਂ ਇੱਕ ਨੇ, ਪਰ ਉੱਥੇ ਜਿਹੜੀਆਂ ਸਿੱਖ ਖਾਸੇ ਵਾਲੀਆਂ ਪਾਰਟੀਆਂ ਕਿਸਾਨੀ ਗੁਰਮਤਿ ਨਾਲ ਜੁੜੀ ਹੋਈ ਉਹ ਵੀ ਵਿੱਚ ਹੈ, ਲੈਫਟਿਸਟ ਪਾਰਟੀਆਂ ਵੀ ਜਿੱਤਨੇ, ਸਾਰਾ ਕੁਝ ਵਿੱਚ ਹੈ ਨਾ, ਉਹ ਵੱਖਰਾ ਵਿਸ਼ਾ ਜਿਹੜਾ, ਪਰ ਉਹ ਕਿਸਾਨੀ ਮੋਰਚੇ ਦੀ ਜਿੱਤ ਨਾਲ ਜੁੜਿਆ ਹੋਇਆ ਸਾਰਾ, ਉਹਨਾਂ ਦਾ ਕੀ ਬਣਦਾ ਹੈ। ਪਰ ਮੈਂ ਸਮਝਦਾ ਕਿ ਅੱਜ ਜਦੋਂ 14 ਦਸੰਬਰ ਨੂੰ ਇਹਨਾਂ ਨੇ 100 ਸਾਲ ਆਉਣਾ ਹੈ, ਤਾਂ ਇਹ ਜ਼ਰੂਰ ਦੱਸਿਆ ਜਾਣਾ ਚਾਹੀਦਾ ਸੀ ਕਿ ਅਕਾਲੀ ਦਲ ਦਾ, ਅਕਾਲੀ ਰਾਜਨੀਤੀ ਦਾ ਅਗਲਾ ਭਵਿੱਖ ਕੀ ਹੈ ਜੀ, ਕਾਰਜ ਏਜੰਡਾ ਕੀ ਹੈ ਸਾਡਾ ਕਿਸਾਨੀ ਅੰਦੋਲਨ ਦੇ ਵਿੱਚ ਰੋਜ਼ ਯੋਗਦਾਨ ਪਾਉਣ ਲਈ ਸਾਡੇ ਕੋਲ ਕੀ ਪ੍ਰੋਗਰਾਮ ਹੈ, ਤੇ ਇਹਦੇ 'ਚ ਅਸੀਂ ਕੀ ਕਰ ਸਕਦੇ ਹਾਂ। ਅੱਛਾ, ਜੇ ਇਹ ਹੁਣ ਜੋ ਇਸ ਵੇਲੇ ਹਾਲਾਤ ਬਣ ਗਏ ਅਕਾਲੀ ਦਲ ਦੇ, ਅਗਰ ਅਕਾਲੀ ਦਲ ਇਹ ਨਹੀਂ ਗੱਲ ਕਲੀਅਰ ਕਰ ਪਾਉਂਦਾ, ਕਿਸਾਨੀ ਦੇ ਮਨ ਵਿੱਚ, ਆਮ ਲੋਕਾਂ ਦੇ ਮਨ ਵਿੱਚ ਆਪਣੀ ਜਗ੍ਹਾ ਉਸ ਤਰੀਕੇ ਨਾਲ ਨਹੀਂ ਬਣਾ ਪਾਉਂਦਾ ਜਿਹਦਾ ਮੌਕਾ ਸੀ ਇਹਦੇ ਕੋਲ, ਤੇ ਤੁਹਾਨੂੰ ਕੀ ਲੱਗਦਾ ਕਿ ਅਗਲੇ ਜਿਹੜੇ ਆਉਣ ਵਾਲੇ ਦਿਨ ਆ ਇਹਨੂੰ ਕਿਹੜੀਆਂ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ? ਦੇਖੋ ਜੀ, ਪਹਿਲਾਂ ਤਾਂ 2017 ਦੇ ਵਿੱਚ ਜੋ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜੀ, ਉਹਦਾ ਖਮਿਆਜ਼ਾ ਨੂੰ ਭੁਗਤਣਾ ਪਿਆ। ਜੋ ਲੜਾਈ ਲੜੀ ਗਈ, ਜਥੇਬੰਦੀ ਲੜੀ, ਚਾਹੇ ਜਿਸ ਤਰੀਕੇ ਨਾਲ ਵੀ ਸਾਰੇ ਹੋਏ, ਉਹਦੇ ਨਾਲ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਕਿ ਇਹਨਾਂ ਨੂੰ ਸੱਤਾ 'ਚ ਨਹੀਂ ਆਉਣਾ, ਸੱਤਾ 'ਚ ਨਹੀਂ ਆਏ ਜੀ, ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਔਰ ਕਾਂਗਰਸ ਨੂੰ ਇਸਦਾ ਫਾਇਦਾ ਲੈ ਗਈ। ਹੁਣ ਉਹ ਜਿਹੜਾ ਜ਼ਖਮ 2015 'ਚ ਮਿਲੇ ਨੇ ਨਾ ਜੀ, ਉਹ ਭਾਵੇਂ ਅਜੇ ਹਰੇ ਹੀ ਨੇ, ਉਹਦਾ ਕੋਈ ਹੱਲ ਨਹੀਂ ਨਿਕਲਿਆ, ਉਹਦੇ ਵਾਸਤੇ ਕਾਂਗਰਸ ਨੇ ਜੋ ਵਾਅਦਾ ਕੀਤਾ ਜਵਾਬ ਦੇਣਾ ਪਏਗਾ। ਪਰ ਸਵਾਲ ਇਹ ਹੈ ਵੀ ਅਕਾਲੀ ਦਲ ਦੇ ਨਾਲ ਉਹ ਜਿਹੜੀ 2015 ਦੀ ਗੱਲ ਹੈ ਅਜੇ ਤੱਕ ਜੁੜੀ ਹੋਈ ਹੈ। ਇਹਨਾਂ ਨੂੰ ਖਾਸ ਤੌਰ 'ਤੇ ਕਿਉਂਕਿ ਸੁਖਬੀਰ ਪ੍ਰਕਾਸ਼ ਸਿੰਘ ਬਾਦਲ ਰਿਟਾਇਰਡ ਹੀ ਨੇ ਜੀ ਜੀ, ਭਾਵੇਂ ਉਹ ਪਿੱਛੇ ਰਹਿ ਕੇ ਕੰਮ ਕਰ ਰਹੇ ਨੇ, ਪਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਲੀਡਰਸ਼ਿਪ ਕੁਆਲਿਟੀਜ਼ ਜਿਹੜੀਆਂ ਨੇ, ਉਹਨਾਂ ਦੀ ਇੰਟੈਲੈਕਚੁਅਲ ਜਿਹੜੀ ਕੁਆਲਿਟੀਜ਼ ਨੇ, ਜਾਂ ਜਿਹੜੇ ਉਹਨਾਂ ਦੇ ਸਲਾਹਕਾਰ ਨੇ, ਉਹਨਾਂ ਨੂੰ ਇਸ ਗੱਲ ਬਾਰੇ ਤਿਆਰ ਕਰਨਾ ਚਾਹੀਦਾ ਸੀਗਾ ਕਿ ਅਸੀਂ 100 ਸਾਲ ਆ ਰਿਹਾ, ਇਹਦੇ ਉੱਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਆਜ਼ਾਦ ਰਹਿ ਤਾਂ ਇੱਕ ਸਾਲ ਹੀ ਗਿਆ ਨਾ ਜੀ। ਮੈਂ ਸਮਝਦਾ ਕਿ ਤੁਸੀਂ ਜਿਹੜੀ ਸਵਾਲ ਕੀਤਾ ਉਹਦੇ ਵਾਸਤੇ ਬੜੀ ਔਖ ਹੋਏਗੀ, ਲੋਕਾਂ ਨੂੰ ਕਨਵਿੰਸ ਕਰਾਉਣ ਲੱਗਿਆ ਵੀ ਅਸੀਂ ਕਿਉਂ ਹੱਕਦਾਰ ਹਾਂ, ਕਿਉਂਕਿ ਦੇਖੋ ਵੋਟ ਲੈਣ ਜਾਂਦੇ ਨਾ ਜੀ, ਲੋਕਾਂ ਕੋਲ ਸਵਾਲ ਹੁੰਦਾ ਵੀ ਵੋਟ ਸਾਨੂੰ ਕਿਉਂ ਦਈਏ, ਤੁਸੀਂ ਤਾਂ ਇਹ ਕੀਤਾ ਜਿਵੇਂ 2017 ਪੁੱਛਿਆ ਗਿਆ। ਅੱਜ ਅਕਾਲੀ ਦਲ ਨੂੰ ਇਸ ਜਵਾਬ ਦੇਣਾ ਪਏਗਾ ਕਿ ਤੁਸੀਂ ਪੰਜਾਬ ਦੀ ਜੋ ਸਮੱਸਿਆਵਾਂ ਆਈਆਂ, ਕਿਸਾਨੀ ਦੀ ਸਮੱਸਿਆਵਾਂ ਆਈਆਂ, ਔਰ ਪੰਜਾਬ ਦੇ ਜਿਹੜਾ ਮਿਸਰੂਲ ਹੈਗਾ ਕਾਂਗਰਸ ਦਾ, ਉਸ ਨੂੰ ਕਿਵੇਂ ਕੀਤਾ, ਉਹਨੂੰ ਕਿਵੇਂ ਮੁਕਾਬਲਾ ਕੀਤਾ, ਜੋ ਕਿ ਉਹਨਾਂ ਨੇ ਵੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਕੁਝ ਵਾਅਦੇ ਕੀਤੇ ਨੇ, ਉਹਦੇ ਵਾਸਤੇ ਤੁਹਾਡੇ ਕੋਲ ਕੀ ਪ੍ਰੋਗਰਾਮ ਸੀ। ਸੋ ਮੈਂ ਮਹਿਸੂਸ ਕਰਦਾ ਸੰਧੂ ਸਾਹਿਬ ਕਿ ਜੋ ਇਹਨਾਂ ਨੇ ਇੱਕ ਦਿਨ ਪਰਸੋਂ ਮਨਾਉਣਾ ਸੀ, ਉਹ ਇੱਕ ਓਪਰਚੁਨਿਟੀ ਮਿਸ ਕਰਤੀ ਹੈ। ਇੱਕ ਬਸ ਛੋਟਾ ਜਿਹਾ ਸਵਾਲ, ਐਵੇਂ ਲੱਗਦਾ ਜਿਵੇਂ ਤੁਸੀਂ ਕਹਿੰਦੇ ਵੀ ਜਾ ਕੇ ਦੱਸਣਾ ਪਏਗਾ ਲੋਕਾਂ ਨੂੰ ਕਿ ਅਸੀਂ ਕਿਉਂ ਵੋਟਾਂ ਦਈਏ। ਮੈਨੂੰ ਲੱਗਦਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਕੇਂਦਰੀ ਮੰਤਰੀ ਮੰਡਲ ਤੋਂ, ਇਹਨਾਂ ਲਈ ਕੋਈ ਸਹਾਰਾ ਬਣ ਸਕਦਾ, ਇਹ ਬਹਾਨਾ ਬਣ ਸਕਦਾ ਕਿ ਅਸੀਂ ਕੁਛ ਕੀਤਾ ਤੁਹਾਡੇ ਲਈ ਜਾਂ ਨਹੀਂ? ਕਿੰਨਾ ਬਣ ਸਕਦਾ ਸੀ ਜੇ ਪਹਿਲਾਂ ਹੁੰਦਾ। ਅੱਛਾ, ਕਿਉਂਕਿ ਜਿਹੜਾ ਇਹਨਾਂ ਨੇ ਪਹਿਲਾਂ ਬਿੱਲਾਂ ਦੀ ਹਮਾਇਤ ਕਰ ਦਿੱਤੀ, ਔਰ ਉਸ ਦੀ ਤਿੰਨੋਂ ਜਿਹੜੇ ਸਾਰੇ ਹੈਗੇ ਨੇ, ਮਜੀਠਾ ਸਾਹਿਬ ਵੀ ਤੇ ਸਾਰੇ ਪ੍ਰਕਾਸ਼ ਸਿੰਘ ਬਾਦਲ ਸਾਰੇ, ਉਹਨਾਂ ਦੀ ਹਮਾਇਤ ਕਰਦੇ ਰਹੇ, ਬਿੱਲ ਠੀਕ ਨੇ, ਉਹ ਜਿਹੜਾ ਧੋਣਾ ਧੋਣੀ ਨਹੀਂ ਹੋ ਰਿਹਾ, ਇੱਕ ਗੱਲ। ਦੂਸਰਾ, ਇਹ ਅਸਤੀਫਾ ਦੇਣ 'ਚ ਲੇਟ ਹੋ ਗਈ। ਚੌਥਾ, ਮਤਲਬ ਜੋ ਹੁਣ ਸਾਹਮਣੇ ਆ ਰਹੀਆਂ ਨੇ ਕਿ ਇਹ ਜਿਹੜਾ ਕਾਰਪੋਰੇਟ ਸੈਕਟਰ ਨੂੰ ਪੰਜਾਬ 'ਚ ਲਿਆਉਣ ਦਾ ਇੱਕ ਸੂਤਰਧਾਰ ਵੀ ਪ੍ਰਕਾਸ਼ ਸਿੰਘ ਬਾਦਲ ਨੇ, ਕਿਉਂਕਿ 2013 'ਚ ਇਹਨਾਂ ਨੇ ਲੈ ਕੇ ਆਏ ਹੋ, ਜਿਹੜਾ ਕਿ ਸਾਰਾ ਕਾਨੂੰਨ ਬਣਾਇਆ। ਮੈਂ ਸਮਝਦਾ ਕਿ ਇਹ ਜੋ ਅਸਤੀਫੇ ਦਿੱਤੇ ਗਏ ਨਾ ਜੀ, ਇਹਦਾ ਕੋਈ ਬਹੁਤਾ ਬੈਨੀਫਿਟ ਨਹੀਂ ਮਿਲਣਾ। ਉਹ ਕਹਿਣਗੇ ਜ਼ਰੂਰ ਹੈ, ਪਰ ਲੋਕ ਸਿਆਣੇ ਹੋ ਗਏ ਜੀ, ਠੀਕ ਹੈ, ਲੋਕ ਸਿਆਣੇ ਹੋ ਗਏ ਨੇ, ਲੋਕਾਂ ਨੇ ਇਹਨਾਂ ਨੂੰ ਸੋਚ ਸਮਝ ਕੇ ਵੋਟਾਂ ਦੇਣੀਆਂ ਨੇ। ਪਰ ਮੈਂ ਸਮਝਦਾ ਕਿ ਸਾਡਾ ਪੰਜਾਬ ਦਾ ਇੱਕ ਪੰਥਕ ਦਰਦ ਰੱਖਣ ਵਾਲੇ ਬੰਦੇ ਦਾ ਦੁੱਖ ਹੈ ਕਿ ਸਾਡੀ ਕਾਲੀ ਰਾਜਨੀਤੀ ਜਿਹੜੀ ਹੈ, ਉਹ ਬਜਾਏ ਇੱਕ ਨਵੀਂ ਚੜ੍ਹਦੀ ਕਲਾ ਜਾਣ ਦੀ ਬਜਾਏ ਉਹ ਅਜੇ ਰਸਾਤਲ ਨਾ ਚਲੀ ਜਾਵੇ, ਜਾ ਵੀ ਰਹੀ ਹੈ, ਪਰ ਇਹਦੇ ਵਾਸਤੇ ਮੈਂ ਸਮਝਦਾ ਬੜੇ ਵੱਡਾ ਜਿਗਰਾ ਚਾਹੀਦਾ ਹੈ ਕਿ ਇਸ ਨੂੰ ਨਵੇਂ ਮੁਕਾਮ 'ਤੇ ਲਿਜਾਣ ਵਾਸਤੇ ਇੱਕ ਕਾਰਜ ਏਜੰਡਾ ਫਿਕਸ ਕਰਨ, ਆਪਣੀ ਦਿਸ਼ਾ ਲੈਣ, ਔਰ ਸਮੁੱਚੇ ਕਾਡਰਸ ਨੂੰ ਤਿਆਰ ਕਰਨ, ਔਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੀਆਂ ਸਮੱਸਿਆ ਨੂੰ ਹੱਲ ਕਰਕੇ ਕਿਸਾਨਾਂ ਨੂੰ ਭਰੋਸੇ 'ਚ ਲੈਣਾ। ਇਹ ਬੜਾ ਵੱਡਾ ਮੁੱਦਾ ਹੈ ਜੀ ਕਿ ਕਿਸਾਨ ਜਿਹੜਾ ਸਿੱਖ ਕਿਸਾਨੀ, ਖਾਸ ਤੌਰ ਜੱਟ ਕਿਸਾਨੀ ਹੈ, ਉਸ ਨੂੰ ਕਿਵੇਂ ਭਰੋਸੇ 'ਚ ਲੈਣੇ ਨਾ ਨੇ ਤਾਂ ਕਿ ਉਹ ਇਹਨਾਂ ਦੇ ਨਾਲ ਖੜਨ। ਇਹ ਤੁਸੀਂ ਮੈਂ ਸਮਝਦਾ ਕਿ ਇਹ ਵਿਸ਼ੇ ਜਿਹੜੇ ਨੇ, ਇਸ ਵਿਸ਼ੇ ਵਿਚਾਰੇ ਜਾਣੇ ਚਾਹੀਦੇ ਸੀਗੇ, ਜਿਹੜਾ ਕਿ ਇੱਕ ਵੱਡੀ ਅਪਰਚੁਨਿਟੀ ਇਹਨਾਂ ਨੇ ਮਿਸ ਕਰਦੀ ਹੈ। ਆਉਣ ਵਾਲੇ ਸਮੇਂ 'ਚ ਸ਼ਾਇਦ ਬਣਾ ਲੈਣ,
ਕਿਉਂਕਿ ਮੇਰੇ ਵੀ ਕੁਝ ਲੋਕਾਂ ਨਾਲ ਗੱਲ ਹੋਈ ਹੈ ਇਹਨਾਂ ਨਾਲ, ਉਹ ਕਹਿੰਦੇ ਅਸੀਂ ਕਰਾਂਗੇ, ਪਰ ਸਵਾਲ ਵੀ ਕਿਵੇਂ ਕਰਨਗੇ। ਮਹਿਜ਼ ਇੱਕ ਦਿਨ ਮਨਾ ਕੇ ਉਸ ਨੂੰ ਕਹਿਣਾ ਸੀ ਬਣਾ ਲਿਆ। ਸੋ ਮੈਂ ਸਮਝਦਾ ਕਿ ਬੜੀ ਵੱਡੀ ਚੈਲੰਜਸ ਨੇ ਅਕਾਲੀ ਰਾਜਨੀਤੀ ਅੱਗੇ, ਖਾਸ ਕਰਕੇ ਦੋਨਾਂ ਪਾਰਟੀਆਂ ਅੱਗੇ, ਕਿਸ ਢੰਗ ਦੇ ਨਾਲ ਇਹ ਆਪਣੀ ਜਿਹੜੀ ਰਾਜਨੀਤੀ ਨੂੰ ਨਵੇਂ ਸਿਰੋਂ ਖੜਾ ਕਰਦੇ ਨੇ ਔਰ ਪੰਥ ਦਾ ਵਿਸ਼ਵਾਸ ਜਿੱਤਦੇ ਨੇ, ਪੰਥਕ ਮੁੱਦਿਆਂ ਨੂੰ ਕਿਵੇਂ ਲੈ ਕੇ ਆਉਂਦੇ ਨੇ। ਮੈਂ ਸਮਝਦਾ ਇਹ ਸਾਰੀ ਸਥਿਤੀ ਹੈ ਇੱਕ ਨਵੀਂ ਰਾਜਨੀਤੀ ਦੀ ਮੰਗ ਕਰਦੀ, ਨਵੀਂ ਦਿਸ਼ਾ ਦੀ ਮੰਗ ਕਰਦੀ, ਨਵੇਂ ਹੌਸਲੇ ਦੀ ਮੰਗ ਕਰਦੀ। ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਜੀ ਕਿ ਇਸ ਗੱਲਬਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੀ ਕੰਨ ਹੋ ਜਾਣੇ ਚਾਹੀਦੇ ਆ ਕਿ ਉਹਨਾਂ ਲਈ ਅਗਲਾ ਆਉਣ ਵਾਲਾ ਜਿਹੜਾ ਰਸਤਾ ਉਹ ਇੰਨਾ ਸੁਖਾਲਾ ਨਹੀਂ, ਔਰ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਜਾਂ ਜਿਹੜੇ ਸਲਾਹਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੂੰ ਇਸ ਪਾਸੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਆ। ਔਰ ਉਮੀਦ ਕਰਦੇ ਹਾਂ ਕਿ ਜਿਹੜਾ ਸਮੂਹ ਪੰਥ ਆ ਉਹ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ, ਕਿਉਂਕਿ ਉਹਨੂੰ ਆਪਣਾ ਮੂੰਹ ਮੱਥਾ ਜਾਣਦਾ। ਅਸੀਂ ਸਮਝਦੇ ਕਿ ਇਹਦੇ ਉੱਤੇ ਅਕਾਲੀ ਰਾਜਨੀਤੀ ਜੀ ਅਕਾਲੀ ਰਾਜਨੀਤੀ ਨੂੰ ਤੇ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਨੇ। ਬਿਲਕੁਲ ਜੀ, ਸਿੱਖਾਂ ਨੂੰ ਤਾਂ ਉਮੀਦ ਕਰਦੇ ਹਾਂ ਕਿ ਉਹਨਾਂ ਦੀਆਂ ਸਿੱਖਾਂ ਦੀਆਂ ਉਮੀਦਾਂ ਦੇ ਖਰਾ ਉਤਰਨ ਦੀ ਅਕਾਲੀ ਦਲ ਕੋਸ਼ਿਸ਼ ਕਰੇਗਾ। ਬਹੁਤ ਬਹੁਤ ਧੰਨਵਾਦ ਜੀ।